ਖਬਰਸਰ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਵਨ ਵੇ ਟੀਵੀ। ਐਲਨ ਮਸਕ ਭਾਰਤ ਆਉਣਾ ਚਾਹੁੰਦੇ ਨੇ, ਕਾਰੋਬਾਰ ਕਰਨਾ ਚਾਹੁੰਦੇ ਨੇ ਕਿਉਂਕਿ ਹੁਣੇ ਪੀਐਮ ਨਰਿੰਦਰ ਮੋਦੀ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ ਕਿਉਂਕਿ ਪੀਐਮ ਮੋਦੀ ਇਹਨਾਂ ਦਿਨਾਂ ਵਿੱਚ ਯੂਐਸਏ ਦੇ ਦੌਰੇ ਦੇ ਉੱਤੇ ਨੇ। ਤਾਂ ਜਿੱਥੇ ਇਸ ਮੁਲਾਕਾਤ ਤੋਂ ਕਾਫੀ ਕੁਛ ਨਿਕਲ ਕੇ ਸਾਹਮਣੇ ਆ ਰਿਹਾ, ਉੱਥੇ ਹੀ ਭਵਿੱਖ ਵਿੱਚ ਜੇ ਉਹ ਭਾਰਤ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਦੇ ਨੇ ਤਾਂ ਇੱਥੇ ਦੇ ਜਿਹੜੇ ਕਾਰੋਬਾਰੀ ਨੇ ਉਹਨਾਂ ਦੇ ਨਾਲ ਜੰਗ ਛਿੜ ਸਕਦੀ ਹੈ। ਸਟਾਰਲਿੰਕ ਅਸੀਂ ਦੇਖਦੇ ਹਾਂ ਐਲਨ ਮਸਕ ਦਾ ਇੰਟਰਨੈਟ ਸੇਵਾ ਆ। ਐਲਨ ਮਸਕ ਨੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਦੌਰੇ 'ਤੇ ਨੇ ਅਮਰੀਕਾ ਦੇ ਤਾਂ ਉਹਨਾਂ ਨਾਲ ਮੁਲਾਕਾਤ ਕੀਤੀ ਹੈ। ਖਬਰਾਂ ਦੀ ਕਾਫੀ ਚਰਚਾ ਹੋਈ ਹੈ ਤਾਂ ਹਾਮੀ ਭਰੀ ਹੈ ਕਿ ਭਾਰਤ ਵਿੱਚ ਵੀ ਆਪਣਾ ਕਾਰੋਬਾਰ ਐਲਨ ਮਸਕ ਸ਼ੁਰੂ ਕਰਨਗੇ, ਜਿਸ ਨੂੰ ਲੈ ਕੇ ਹੁਣ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਜੇ ਐਲਨ ਮਸਕ ਨੇ ਭਾਰਤ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ ਤਾਂ ਹੋ ਸਕਦਾ ਹੈ ਕਿ ਅੰਬਾਨੀ ਅਤੇ ਐਲਨ ਦੇ ਵਿਚਾਲੇ ਕਾਰੋਬਾਰੀ ਜਿਹੜੀ ਜੰਗ ਹੈ ਉਹ ਸ਼ੁਰੂ ਹੋ ਜਾਵੇ। ਔਰ ਜ਼ਾਹਿਰ ਵੀ ਆ ਅਗਰ ਇੱਦਾਂ ਹੋ ਗਿਆ ਤਾਂ ਹੋ ਸਕਦਾ ਆ ਕਿ ਦੋਨਾਂ ਦੇ ਵਿੱਚ ਇੱਕ ਪੂਰੀ ਜਿਹੜੀ ਆ ਉਹ ਸੰਘਰਸ਼ ਹੋਵੇ, ਇੱਕ ਦੌੜ ਲੱਗੇ। ਤਾਂ ਐਲਨ ਮਸਕ ਆਪਣੇ ਸਟਾਰਲਿੰਕ ਸੈਟੇਲਾਈਟ ਬ੍ਰਾਡਬੈਂਡ ਨੂੰ ਭਾਰਤ ਵਿੱਚ ਲਿਆਉਣ ਲਈ ਬੇਤਾਬ ਨੇ। ਸਟਾਰਲਿੰਕ ਇੱਕ ਕ੍ਰਾਂਤੀਕਾਰੀ ਇੰਟਰਨੈਟ ਸਰਵਿਸ ਮੁਹੱਈਆ ਕਰਵਾਉਂਦਾ ਆ। ਇਸ 'ਚ ਜ਼ਮੀਨ 'ਤੇ ਟਾਵਰ ਲਾਉਣ ਦੀ ਲੋੜ ਨਹੀਂ ਹੁੰਦੀ। ਇਹ ਸੈਟੇਲਾਈਟ ਤੋਂ ਇੰਟਰਨੈਟ ਸਰਵਿਸ ਮਿਲਦੀ ਆ। ਅੱਛਾ, ਤੁਹਾਨੂੰ ਮੈਂ ਇੱਕ ਹੋਰ ਦੱਸਣਾ ਚਾਹੂੰਗਾ ਕਿ ਤੁਸੀਂ ਆਮ ਤੌਰ 'ਤੇ ਦੇਖਿਆ ਆ ਕਿ ਅਸਮਾਨ ਦੇ ਵਿੱਚ ਇੱਕ ਰੇਲ ਗੱਡੀ ਵਾਂਗੂ ਲੰਮੀ ਜਿਹੀ ਲੜੀ ਜਿਹੜੀ ਆ ਉਹ ਤੁਰੀ ਫਿਰਦੀ ਹੁੰਦੀ ਆ ਤੇ ਆਪ ਲੋਕ ਜਿਹੜੇ ਨੇ ਉਹ ਉਹਦੇ ਵੀਡੀਓ ਬਣਾਉਂਦੇ ਨੇ ਤੇ ਉਹਨਾਂ ਨੂੰ ਹੈਰਾਨੀ ਹੁੰਦੀ ਆ ਕਿ ਉਹ ਹੈ ਕੀ ਆ। ਤਾਂ ਮੈਂ ਦੱਸ ਦੇਣਾ ਚਾਹੂੰਗਾ ਕਿ ਉਹ ਐਲਨ ਮਸਕ ਦਾ ਸਟਾਰਲਿੰਕ ਇੰਟਰਨੈਟ ਸਰਵਿਸ ਦਾ ਹੀ ਉਹ ਇੱਕ ਬਹੁਤ ਵੱਡਾ ਸਮਝ ਲਓ ਜਹਾਜ਼ ਆ, ਕੋਈ ਉਪਗ੍ਰਹਿ ਟਾਈਪ ਦੀ ਉਹ ਚੀਜ਼ ਆ ਜਿਹੜੀ ਕਿ ਇਸੇ ਕਰਕੇ ਉਹ ਪੂਰੇ ਮੁਲਕਾਂ ਦੇ ਉੱਤੇ ਉਹਨੇ ਛੱਡ ਕੇ ਦੇਖੀ ਵੀ ਹੈ ਕਿ ਦੇਖਿਆ ਜਾਵੇ। ਔਰ ਮੈਂ ਇੱਥੇ ਗੱਲ ਕਰਾਂ ਕਿ ਅਗਰ ਅਸੀਂ ਪੰਜਾਬ ਦੇ ਵਿੱਚ ਇੱਥੇ ਬੈਠੇ ਹਾਂ ਤੇ ਇੱਥੋਂ ਵੀ ਅਸੀਂ ਉਹ ਕਈ ਵਾਰੀ ਲੰਘਦਾ ਦੇਖਿਆ। ਉਹ ਇੰਨੀ ਤੇਜ਼ ਰਫ਼ਤਾਰ ਆ ਤੇ ਉੱਥੇ ਅੰਬਾਨੀ ਕਿੱਥੇ ਖੜੇ ਹੋਣਗੇ, ਇਹ ਵੀ ਗੱਲ ਸਾਹਮਣੇ ਆਉਂਦੀ ਹੈ। ਤਾਂ ਸਿੱਧੇ ਸੈਟੇਲਾਈਟ ਤੋਂ ਜਿਹੜੀ ਇੰਟਰਨੈਟ ਦੀ ਸਰਵਿਸ ਆ ਉਹ ਮਿਲਦੀ ਹੈ। ਸਟਾਰਲਿੰਕ ਜੇ ਭਾਰਤ ਆਉਂਦਾ ਹੈ ਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਦਰਮਿਆਨ ਜੰਗ ਛਿੜ ਸਕਦੀ ਹੈ। ਇਸ ਕਾਰੋਬਾਰ ਨੂੰ ਲੈ ਕੇ ਵੀ ਦੋਵਾਂ ਦੇ ਵਿਚਾਲੇ ਜਿਹੜਾ ਆ ਉਹ ਮੁਕਾਬਲਾ ਛਿੜ ਸਕਦਾ ਹੈ। ਅੰਬਾਨੀ ਰਿਲਾਇੰਸ ਗਰੁੱਪ ਦੇ ਚੇਅਰਮੈਨ ਨੇ, ਜਦੋਂ ਕਿ ਰਿਲਾਇੰਸ ਜੀਓ ਭਾਰਤ ਦੀ ਟੌਪ ਦੀ ਟੈਲੀਕਾਮ ਕੰਪਨੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਵੇਂ ਕਿ ਅਮਰੀਕਾ ਦੌਰੇ 'ਤੇ ਗਏ ਆ, ਮੰਗਲਵਾਰ ਨੂੰ ਉਹਨਾਂ ਨੇ ਟੈਸਲਾ ਦੇ CEO ਐਲਨ ਮਸਕ ਦੇ ਨਾਲ ਮੁਲਾਕਾਤ ਕੀਤੀ। ਤਾਂ ਇਸ ਦੌਰਾਨ ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੀ ਭਾਰਤ 'ਚ ਐਂਟਰੀ ਨੂੰ ਲੈ ਕੇ ਵੀ ਗੱਲਬਾਤ ਹੋਈ। ਮੀਟਿੰਗ ਤੋਂ ਬਾਅਦ ਟੈਸਲਾ ਦੇ CEO ਐਲਨ ਮਸਕ ਨੇ ਭਾਰਤੀ ਬਾਜ਼ਾਰ ਦੇ ਵਿੱਚ ਟੈਸਲਾ ਦੀ ਐਂਟਰੀ ਨੂੰ ਲੈ ਕੇ ਵੱਡਾ ਦਾਅਵਾ ਕੀਤਾ। ਹਾਲਾਂਕਿ ਪਿੱਛੇ ਜੇ ਵੀ ਇਦਾਂ ਹੋਇਆ ਸੀਗਾ, ਉਦੋਂ ਵੀ 2 ਸਾਲ ਪਹਿਲਾਂ ਚਰਚਾ ਛਿੜੀ ਸੀ ਕਿ ਐਲਨ ਮਸਕ ਜਿਹੜੇ ਆ ਉਹ ਇੱਥੇ ਆ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ। ਲੁਧਿਆਣੇ ਵਿੱਚ ਉਹ ਚਾਹੁੰਦੇ ਸੀਗੇ ਕਿ ਇੱਥੇ ਜਿਹੜੀ ਆ ਆਪਣੀ ਟੈਸਲਾ ਕਾਰਾਂ ਦਾ ਜਿਹੜਾ ਆ ਕਾਰੋਬਾਰ ਲੁਧਿਆਣੇ ਦੇ ਵਿੱਚ ਜਗ੍ਹਾ ਲੈ ਕੇ ਸ਼ੁਰੂ ਕਰਨ ਚਰਚਾ ਛਿੜੀ ਸੀ, ਪਰ ਕੋਈ ਬਾਅਦ ਵਿੱਚ ਇਹ ਗੱਲ ਜਿਹੜੀ ਸੀਗੀ ਉਹ ਠੰਡੀ ਪੈ ਗਈ ਸੀ। ਪਰ ਹੁਣ ਇੱਕ ਵਾਰੀ ਫਿਰ ਉਹ ਚਰਚਾ ਜਿਹੜੀ ਆ ਛਿੜੀ ਹੈ ਕਿ ਜ਼ਰੂਰੀ ਨਹੀਂ ਕਿ ਉਹ ਕਾਰਾਂ ਕਰਕੇ ਹੀ ਆਉਣ, ਉਹ ਇੰਟਰਨੈਟ ਸੇਵਾਵਾਂ ਦੇ ਵਿੱਚ ਵੀ ਅੱਗੇ ਟੌਪ 'ਤੇ ਜਾ ਸਕਦੇ ਆ ਤੇ ਪੂਰੀ ਦੁਨੀਆ 'ਤੇ ਛਾ ਸਕਦੇ ਆ, ਜਿਵੇਂ ਕਿ ਹੁਣ ਉਹ ਛਾਏ ਹੋਏ ਆ। ਐਲਨ ਮਸਕ ਨੇ PM ਮੋਦੀ ਦੇ ਨਾਲ ਗੱਲ ਕੀਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਭਾਰਤ ਵਿੱਚ ਨਿਵੇਸ਼ ਕਰਾਂਗੇ ਜੋ ਦੇਸ਼ ਦੇ ਲਈ ਮਹੱਤਵਪੂਰਨ ਵਿਕਾਸ ਹੋਵੇਗਾ। ਐਲਨ ਮਸਕ ਨੇ PM ਮੋਦੀ ਦੇ ਨਾਲ ਮੁਲਾਕਾਤ ਤੋਂ ਬਾਅਦ ਭਾਰਤ ਵਿੱਚ ਨਿਵੇਸ਼ ਕਰਨ ਦੀ ਯੋਜਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਉਹ ਖੁਦ ਅਗਲੇ ਸਾਲ ਭਾਰਤ ਆਉਣ ਦੀ ਯੋਜਨਾ ਬਣਾ ਰਹੇ ਨੇ ਤੇ ਉਹਨਾਂ ਨੂੰ ਭਰੋਸਾ ਹੈ ਕਿ ਟੈਸਲਾ ਭਾਰਤ ਵਿੱਚ ਹੋਵੇਗੀ। ਉਹਨਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦਾ ਉਹਨਾਂ ਦੇ ਸਮਰਥਨ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਉਮੀਦ ਕਰਦਾ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਕੁਝ ਐਲਾਨ ਕਰ ਸਕਾਂਗੇ। ਇਹ ਭਾਰਤ ਨਾਲ ਸਾਡੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਨਿਵੇਸ਼ ਹੋਊਗਾ। ਤਾਂ ਐਲਨ ਮਸਕ ਨੇ ਅੱਗੇ ਕਿਹਾ ਕਿ ਉਮੀਦ ਹੈ ਕਿ ਜਲਦੀ ਅਸੀਂ ਵੱਡਾ ਨਿਵੇਸ਼ ਜਿਹੜਾ ਆ ਉਸ ਦੇ ਬਾਰੇ ਜਿਹੜਾ ਆ ਐਲਾਨ ਕਰਾਂਗੇ। ਪ੍ਰਧਾਨ ਮੰਤਰੀ ਮੋਦੀ ਅਸਲ ਵਿੱਚ ਭਾਰਤ ਦੀ ਪਰਵਾਹ ਕਰਦੇ ਨੇ ਕਿਉਂਕਿ ਉਹ ਸਾਨੂੰ ਭਾਰਤ ਵਿੱਚ ਮਹੱਤਵਪੂਰਨ ਨਿਵੇਸ਼ ਕਰਨ ਦੇ ਇਸ ਫੈਸਲੇ ਨੂੰ ਦੇਸ਼ ਲਈ ਇੱਕ ਵੱਡੀ
ਜਿੱਤ ਵਜੋਂ ਵੀ ਜਿਹੜਾ ਆ ਉਹ ਦੇਖਿਆ ਜਾ ਰਿਹਾ, ਕਿਉਂਕਿ ਦੇਸ਼ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਕਾਰ ਕੰਪਨੀ ਪਿਛਲੇ ਸਮੇਂ ਵਿੱਚ ਅਜਿਹਾ ਕੋਈ ਨਿਵੇਸ਼ ਕਰਨ ਤੋਂ ਝਿਜਕਦੀ ਰਹੀ ਹੈ। ਐਪਲ ਦੇ ਸੀਈਓ ਟਿਮ ਕੁੱਕ ਨੇ ਹਾਲ ਹੀ ਵਿੱਚ ਕੀਤੇ ਐਲਾਨ ਤੋਂ ਬਾਅਦ ਇਹ ਦੂਜਾ ਵੱਡਾ ਐਲਾਨ ਹੈ। ਇਸ ਤੋਂ ਪਹਿਲਾਂ ਐਪਲ ਦੇ ਸੀਈਓ ਨੇ ਕਿਹਾ ਸੀ ਕਿ ਉਹ ਆਪਣੇ ਜਿਹੜੇ ਆ ਨਿਰਮਾਣ ਯਤਨਾਂ ਨੂੰ ਭਾਰਤ ਵਿੱਚ ਵਧਾਊਗਾ। ਜਿਵੇਂ ਹੁਣ ਐਪਲ ਦੇ ਫੋਨ ਇੰਨੇ ਮਹਿੰਗੇ ਸਾਨੂੰ ਇੱਥੇ ਮਿਲਦੇ ਆ, ਜੇ ਉਹ ਭਾਰਤ ਵਿੱਚ ਨਿਰਮਾਣ ਹੋਣਾ ਸ਼ੁਰੂ ਹੋ ਗਿਆ ਤੇ ਸਮਝ ਲਓ ਐਪਲ ਦੇ ਫੋਨ ਜਿਹੜੇ ਆ ਸਾਨੂੰ ਸਸਤੀਆਂ ਦਰਾਂ ਦੇ ਉੱਤੇ ਮਿਲਣੇ ਸ਼ੁਰੂ ਹੋ ਜਾਣਗੇ। ਤਾਂ ਐਲਨ ਮਸਕ ਦੀ ਇਹ ਜੋ ਮੁਲਾਕਾਤ ਹੋਈ ਆ, ਇਸ ਦੇ ਵਿੱਚ ਹੁਣ ਕਾਫੀ ਕੁਛ ਜਿਹੜਾ ਆ ਵਿਕਾਸ ਵੰਨੀ ਤਰੱਕੀ ਵੰਨੀ ਜਾਣਦੇ ਆ ਜਿਹੜੇ ਆ ਉਹ ਤਸਵੀਰਾਂ ਨਜ਼ਰ ਆ ਰਹੀਆਂ ਨੇ ਕਿ ਇਸ ਪੱਖ ਤੋਂ ਜੇ ਉਹ ਇੱਥੇ ਆ ਕੇ ਆਪਣਾ ਕਾਰੋਬਾਰ ਸ਼ੁਰੂ ਕਰਦੇ ਨੇ ਤਾਂ ਬਹੁਤ ਵਧੀਆ ਭਾਰਤ ਵਾਸਤੇ ਹੋ ਸਕਦਾ। ਕਿੰਨਾ ਕਾਰੋਬਾਰ ਜਿਹੜਾ ਆ ਇੱਥੇ ਫੈਲ ਸਕਦਾ ਹੈ, ਕਿੰਨੇ ਲੋਕਾਂ ਨੂੰ ਜਿਹੜੀ ਆ ਉਹ ਇੱਥੇ ਉਜਰਤ ਮਿਲ ਸਕਦੀ ਆ, ਸਭ ਤੋਂ ਵੱਡੀ ਗੱਲ ਆ। ਤੇ ਇਸ ਤੋਂ ਬੈਠਕ ਤੋਂ ਬਾਅਦ ਮਸਕ ਨੇ ਕਿਹਾ ਸੀਗਾ ਕਿ ਉਹ ਭਾਰਤ 'ਚ ਸਟਾਰਲਿੰਕ ਲਾਂਚ ਕਰਨ ਲਈ ਵੀ ਉਤਸੁਕ ਨੇ। ਇਕੱਲੀਆਂ ਕਾਰਾਂ ਦੀ ਗੱਲ ਮੈਂ ਆਖਿਆ ਵੀ ਨਹੀਂ, ਦੋਨੇ ਚੀਜ਼ਾਂ ਹੀ ਹੋਣਗੀਆਂ। ਜਿੱਥੇ ਟੈਸਲਾ ਕਾਰਾਂ ਸੋਹਣੀਆਂ ਸੋਹਣੀਆਂ ਕਾਰਾਂ ਇੱਥੋਂ ਦੀਆਂ ਸੜਕਾਂ ਦੇ ਉੱਤੇ ਦੌੜਨਗੀਆਂ, ਜ਼ਾਹਿਰ ਹੈ ਕਿ ਹੁਣ ਸੜਕਾਂ ਬਹੁਤ ਸੋਹਣੀਆਂ ਬਣ ਰਹੀਆਂ ਸਾਡੇ ਮੁਲਕ ਦੀਆਂ, ਇਹਦੀ ਤਾਰੀਫ ਕਰਨੀ ਵੀ ਬਣਦੀ ਹੈ। ਤਾਂ ਦੂਜੇ ਪਾਸੇ ਸੋਹਣੀਆਂ ਕਾਰਾਂ ਦੌੜਨਗੀਆਂ, ਨਾਲ ਹੀ ਸਾਨੂੰ ਜਿਹੜੀਆਂ ਇੰਟਰਨੈਟ ਸੇਵਾਵਾਂ ਫਾਸਟ ਮਿਲ ਜਾਣ ਤੇ ਉਹਨਾਂ ਦੇ ਵਿੱਚ ਤਾਰਾਂ ਦਾ ਜਿਹੜਾ ਜਾਲ ਹੁਣ ਤੱਕ ਚਾਰੇ ਪਾਸੇ ਫੈਲਿਆ ਉਹ ਨਾ ਮਿਲੇ, ਤਾਂ ਇਸ ਤੋਂ ਵਧੀਆ ਕੀ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਸਟਾਰਲਿੰਕ ਭਾਰਤ ਦੇ ਦੂਰ ਦਰਾਡੇ ਦੇ ਪਿੰਡਾਂ 'ਚ ਜਿੱਥੇ ਇੰਟਰਨੈਟ ਨਹੀਂ ਜਾਂ ਸਪੀਡ ਘੱਟ ਹੈ ਉੱਥੇ ਵੀ ਹੈਰਾਨੀਜਨਕ ਹੋਊਗਾ ਕਿ ਉੱਥੇ ਵੀ ਚੱਲੂਗਾ। ਸਾਡੇ ਇੱਥੇ ਜਿੰਨੇ ਵੀ ਟਾਵਰ ਹੁਣ ਤੱਕ ਲੱਗੇ ਆ, ਟਾਵਰਾਂ ਦਾ ਜਾਲ ਹੀ ਵਿਛਿਆ ਪਿਆ। ਮੇਰਾ ਖਿਆਲ ਹੈ ਵੀ ਅੱਜ ਦੇਖਿਆ ਜਾਵੇ ਤਾਂ ਪੂਰੇ ਇੰਡੀਆ ਦੇ ਵਿੱਚ ਕਰੋੜਾਂ ਟਾਵਰ ਹੋਣਗੇ। ਇਸ ਦੇ ਬਾਵਜੂਦ ਪਿੰਡਾਂ ਵਾਲਿਆਂ ਨੂੰ ਉਹ ਸਹੂਲਤ ਜਿਹੜੀ ਨਹੀਂ ਮਿਲਦੀ, ਸਪੀਡ ਘੱਟ ਆ, ਉੱਥੇ ਇੰਟਰਨੈਟ ਸੇਵਾਵਾਂ ਨਹੀਂ ਹੈਗੀਆਂ। ਤਾਂ ਉਹ ਜਿਹੜਾ ਸੈਟੇਲਾਈਟ ਆ ਜਿਹੜਾ ਉੱਤੇ ਉਹ ਸਟਾਰਲਿੰਕ ਘੁੰਮ ਰਿਹਾ ਆ, ਉਹ ਸਟਾਰਲਿੰਕ ਜਿੱਥੇ ਵੀ ਜਾ ਕੇ ਉਹ ਹੋਰ ਤਿਆਰ ਕਰਕੇ ਉੱਥੇ ਖੜੇ ਕਰ ਦੇਣਗੇ ਵੀ ਇਸ ਏਰੀਏ ਨੂੰ ਦੇਣੀਆਂ, ਤਾਂ ਉਹ ਸਟਾਰਲਿੰਕ ਉੱਥੇ ਹੀ ਮੌਜੂਦ ਰਹੂਗਾ। ਇਹ ਫਾਇਦਾ ਹੋ ਸਕਦਾ ਹੈ। ਤਾਂ ਹਾਲਾਂਕਿ ਇੱਥੇ ਐਲਨ ਮਸਕ ਹੋਰਾਂ ਨੇ ਇਸ ਬਾਰੇ ਗੱਲ ਨਹੀਂ ਕੀਤੀ ਕਿ ਕਿਵੇਂ ਸਰਕਾਰ ਦੇ ਸੈਟੇਲਾਈਟ ਬ੍ਰਾਡਬੈਂਡ ਸਪੈਕਟਰਮ ਦੀ ਵੰਡ ਨੂੰ ਲੈ ਕੇ ਸਟਾਰਲਿੰਕ ਦੇ ਅੰਬਾਨੀ ਦੀ ਰਿਲਾਇੰਸ ਦੇ ਨਾਲ ਮਤਭੇਦ ਹਨ। ਇਸ ਨਾਲ ਦੁਨੀਆ ਦੇ ਸਭ ਤੋਂ ਵੱਡੇ ਆਬਾਦੀ ਵਾਲੇ ਦੇਸ਼ 'ਚ ਸੈਟੇਲਾਈਟ ਸੇਵਾਵਾਂ ਲਈ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੇ ਦਰਮਿਆਨ ਲੜਾਈ ਦਾ ਮੰਚ ਜਿਹੜਾ ਆ, ਕਾਰੋਬਾਰ ਵਿੱਚ ਲੜਾਈ ਦਾ ਜਿਹੜਾ ਮੰਚ ਆ ਉਹ ਤਿਆਰ ਹੋ ਗਿਆ ਆ। ਸਟਾਰਲਿੰਕ ਚਾਹੁੰਦਾ ਕੀ ਆ? ਸਟਾਰਲਿੰਕ ਕਹਿ ਰਿਹਾ ਹੈ ਕਿ ਭਾਰਤ ਸਪੈਕਟਰਮ ਦੀ ਨਿਲਾਮੀ ਕਰਨ ਦੀ ਥਾਂ ਦੇ ਉੱਤੇ ਗਲੋਬਲ ਟ੍ਰੈਂਡ ਮੁਤਾਬਕ ਲਾਇਸੈਂਸ ਅਲਾਟ ਕਰੇ, ਜੋ ਕਿ ਗਲੋਬਲ ਟ੍ਰੈਂਡ ਆ ਉਹਦੇ ਮੁਤਾਬਕ ਹੀ ਚੱਲਣਾ ਪਊਗਾ। ਸਟਾਰਲਿੰਕ ਦਾ ਕਹਿਣਾ ਹੈ ਕਿ ਇਹ ਕੁਦਰਤੀ ਸੋਮਾ ਹੈ ਜਿਸ ਨੂੰ ਕੰਪਨੀਆਂ ਦੇ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ ਤੇ ਇਹ ਇਸ ਮਹੀਨੇ ਭਾਰਤ ਸਰਕਾਰ ਵੱਲੋਂ ਜਨਤਕ ਕੀਤੇ ਗਏ ਕੰਪਨੀ ਦੇ ਪੱਤਰਾਂ 'ਚ ਕਿਹਾ ਗਿਆ ਆ ਕਿ ਨਿਲਾਮੀ 'ਚ ਭੂਗੋਲਿਕ ਪਾਬੰਦੀਆਂ ਜਿਹੜੀਆਂ ਨੇ ਉਹ ਲਗਾਈਆਂ ਜਾ ਸਕਦੀਆਂ ਨੇ, ਜਿਸ ਦੇ ਨਾਲ ਲਾਗਤ ਜਿਹੜੀ ਹੈ ਉਹ ਵੱਧ ਜਾਊਗੀ। ਪਰ ਹੁਣ ਇੱਕ ਗੱਲ ਦਾ ਅੜਿੱਕਾ ਇੱਥੇ ਪੈਂਦਾ ਆ ਕਿ ਰਿਲਾਇੰਸ ਜਿਹੜਾ ਆ ਉਹ ਐਲਨ ਮਸਕ ਦੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਗਾ। ਤਾਂ ਰਿਲਾਇੰਸ ਸਟਾਰਲਿੰਕ ਦੀ ਇਸ ਗੱਲ ਤੋਂ ਅਸਹਿਮਤ ਹੈ। ਉਸਨੇ ਸਪੈਕਟਰਮ ਦੀ ਜਨਤਕ ਤੌਰ ਤੇ ਨਿਲਾਮੀ ਦੀ ਗੱਲ ਕਹੀ ਹੈ। ਰਿਲਾਇੰਸ ਨੇ ਕਿਹਾ ਆ ਕਿ ਵਿਦੇਸ਼ੀ ਸੈਟੇਲਾਈਟ ਸਰਵਿਸ ਪ੍ਰੋਵਾਈਡਰ ਵਾਇਸ ਅਤੇ ਡਾਟਾ ਸਰਵਿਸਿਜ਼ ਆਫਰ ਕਰ ਸਕਦੇ ਨੇ ਅਤੇ ਘਰੇਲੂ ਟੈਲੀਕਾਮ ਕੰਪਨੀਆਂ ਨਾਲ ਮੁਕਾਬਲੇਬਾਜ਼ੀ ਕਰ ਸਕਦੇ ਨੇ। ਇਸ ਲਈ ਸਾਰਿਆਂ ਨੂੰ ਬਰਾਬਰ ਮੌਕੇ ਮਿਲਣ ਲਈ ਨਿਲਾਮੀ ਹੋਣੀ ਚਾਹੀਦੀ ਹੈ। ਮਸਕ ਨੇ ਸਾਲ 2021 ਵਿੱਚ ਭਾਰਤ 'ਚ ਸਟਾਰਲਿੰਕ ਨੂੰ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਤਾਂ ਵੱਡੀ ਗੱਲ ਹੈ ਕਿ ਹੁਣ ਇਸ ਤੋਂ ਬਾਅਦ ਜਿਹੜੇ ਆ ਕਿਆਸੇ ਲੱਗਣੇ ਸ਼ੁਰੂ ਹੋ ਗਏ ਆ, ਕਿਆਫੇ ਲੱਗਣੇ ਸ਼ੁਰੂ ਹੋ ਗਏ ਆ, ਕਿਉਂਕਿ ਦੁਨੀਆ ਭਰ ਦੇ ਵਿੱਚ ਐਲਨ ਮਸਕ ਦੀ ਅਗਰ ਦੋਸਤੋ ਗੱਲ ਕੀਤੀ ਜਾਵੇ ਤਾਂ ਉਹ ਦੁਨੀਆ ਦਾ ਸਭ ਤੋਂ ਅਮੀਰ ਕਾਰੋਬਾਰੀ ਹੈ। ਐਲਨ ਮਸਕ ਨੇ ਅਮਰੀਕਾ ਦੇ ਵਿੱਚ ਜਿਸ ਤਰੀਕੇ ਨਾਲ ਆਪਣਾ ਕਾਰੋਬਾਰ ਖੜਾ ਕੀਤਾ ਆ, ਉਹ ਕੱਲੀਆਂ ਕਾਰਾਂ ਜਾਂ ਇੰਟਰਨੈਟ ਜਿਹੜੀ ਸਟਾਰਲਿੰਕ ਇੰਟਰਨੈਟ ਫਾਸਟ ਸਰਵਿਸ ਹੈ, ਕੱਲਾ ਉਹਦਾ ਕੰਮ ਨਹੀਂ ਹੈਗਾ। ਸਭ ਤੋਂ ਵੱਡੀ ਗੱਲ ਆ ਕਿ ਉਸ ਦੀ ਕੰਪਨੀ ਦੁਨੀਆ ਦੇ ਸਭ ਤੋਂ ਸੋਹਣੇ ਹਵਾਈ ਜਹਾਜ਼ ਬਣਾਉਂਦੀ ਹੈ।
ਉਸ ਦੀ ਕੰਪਨੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਜਿਹੜੇ ਰਾਕਟ ਆਪਾਂ ਕਹਿੰਦੇ ਆ, ਜਿਹੜੇ ਉਪਗ੍ਰਹਿ ਆਪਾਂ ਕਹਿ ਦਿੰਦੇ ਆ ਸਾਡੀ ਇੱਧਰਲੀ ਜ਼ੁਬਾਨ ਦੇ ਵਿੱਚ, ਉਹ ਤਿਆਰ ਕਰਦੀ ਆ। ਔਰ ਹੁਣ ਤੱਕ ਉਸ ਦੀ ਕੰਪਨੀ ਦੇ ਇਹ ਬਹੁਤ ਸਾਰੇ ਜਿਹੜੇ ਜਹਾਜ਼ ਹੈ ਜਾਂ ਇਹ ਰਾਕਟ ਹੈ ਜਾਂ ਇਹ ਉਪਗ੍ਰਹਿ ਆ, ਉਹ ਪੂਰੀ ਦੁਨੀਆ ਵਿੱਚ ਬ੍ਰਹਿਮੰਡ ਜਿਹੜਾ ਆ, ਆਕਾਸ਼ ਜਿਹੜਾ ਆ, ਆਸਮਾਨ ਜਿਹੜਾ ਆ, ਉਹਦੇ ਵਿੱਚ ਤੁਰੇ ਫਿਰਦੇ ਆ, ਦਿਨ ਰਾਤ ਤੁਰੇ ਫਿਰਦੇ ਆ। ਅਸੀਂ ਨਿੱਕੇ ਹੁੰਦੇ ਵੇਖਦੇ ਹੁੰਦੇ ਸੀਗੇ ਵੀ ਉਹ ਰਾਕਟ ਤੁਰਿਆ ਜਾਂਦਾ ਹੈ ਨਾ, ਤਾਰਿਆਂ ਵਰਗਾ ਹੀ ਉਹ ਨਜ਼ਰ ਆਉਂਦਾ ਆ। ਤਾਂ ਇਸ ਤਰੀਕੇ ਨਾਲ ਦੂਜੀਆਂ ਧਰਤੀਆਂ ਗਾਉਣ ਦੇ ਵਿੱਚ ਵੀ ਐਲਨ ਮਸਕ ਦੀਆਂ ਜਿਹੜੀਆਂ ਸੇਵਾਵਾਂ ਨੇ, ਜਿਹੜੀਆਂ ਉਹਦੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਨੇ, ਯਾਨੀ ਕਿ ਕਰੋੜਾਂ ਅਰਬਾਂ ਦੀ ਇੱਕ ਆਈਟਮ ਤਿਆਰ ਕਰਨ ਵਾਲਾ ਐਲਨ ਮਸਕ ਜਿਹੜਾ ਆ ਪੂਰੀ ਦੁਨੀਆ ਦੇ ਉੱਤੇ ਛਾਇਆ ਹੋਇਆ ਆ ਔਰ ਇੰਨੀ ਲਗਜ਼ਰੀ ਲਾਈਫ ਜਿਉ ਰਿਹਾ। ਹਾਲਾਂਕਿ ਟਵਿੱਟਰ ਵਰਗਾ ਜਿਹੜਾ ਐਪ ਆ ਵੱਡੀ, ਤੇ ਉਹਦਾ ਵੀ ਉਹ CEO ਆ, ਉਹ ਵੀ ਉਹਦੀ ਮਾਲਕੀ ਆ। ਤਾਂ ਕਿੰਨਾ ਕੁਛ ਉਹਦੇ ਕੋਲੇ ਆ ਜਿੱਥੇ ਸਾਰਾ ਕੁਝ ਵੇਖਦੇ ਹੋਏ ਦੁਨੀਆ ਦੀਆਂ ਨਜ਼ਰਾਂ ਪੈਂਦੀਆਂ ਨੇ। ਔਰ ਹਰ ਕੋਈ ਚਾਹੁੰਦਾ ਹੈ ਕਿ ਕਾਸ਼ ਜਿਸ ਤਰੀਕੇ ਨਾਲ ਰੱਬ ਨੇ ਛੱਪਰ ਫੜ ਕੇ ਐਲਨ ਮਸਕ ਨੂੰ ਦਿੱਤਾ ਹੈ ਉਹ ਸਭ ਨੂੰ ਮਿਲੇ। ਔਰ ਐਡਾ ਵੱਡਾ ਕਾਰੋਬਾਰ ਆ ਕਿ ਕਰੋੜਾਂ ਲੋਕ ਦੁਨੀਆ ਦੇ ਐਲਨ ਮਸਕ ਦੇ ਨਾਲ ਜਿਹੜੇ ਨੇ ਉਹ ਕੰਮ ਕਰ ਰਹੇ ਨੇ, ਉਹਦੀਆਂ ਕੰਪਨੀਆਂ 'ਚ ਕੰਮ ਕਰ ਰਹੇ ਨੇ। ਕਾਰਾਂ ਦੀ ਅਗਰ ਗੱਲ ਕਰ ਲੈਂਦੇ ਆ, ਚਾਹੇ ਅਸੀਂ ਫੋਰਡ ਤੋਂ ਸ਼ੁਰੂ ਹੋ ਜਾਂਦੇ ਆ, ਜਦੋਂ ਸ਼ੁਰੂਆਤ ਇੱਕ ਪਹਿਲੀ ਕਾਰ ਦੀ ਕੀਤੀ ਗਈ ਸੀ, ਤੇ ਉਸ ਤੋਂ ਬਾਅਦ ਸ਼ੈਵਰਲੇਟ ਤੋਂ ਲੈ ਕੇ ਤੇ ਕਿੰਨੀਆਂ ਅਣਗਿਣਤ ਰੋਲਸ ਰਾਇਲ ਵਰਗੀਆਂ ਕਾਰਾਂ ਦੁਨੀਆ ਦੇ ਵਿੱਚ ਆਈਆਂ। ਪਰ ਉਹਨਾਂ ਦੇ ਮੁਕਾਬਲੇ ਅਗਰ ਅੱਜ ਦੀ ਗੱਲ ਕੀਤੀ ਜਾਵੇ ਤੇ ਅੱਜ ਜਿਹੜੀਆਂ ਇਹ ਕਾਰਾਂ ਅਸੀਂ ਦੇਖ ਰਹੇ ਹਾਂ, ਤਾਂ ਉਹ ਕਾਰਾਂ ਇੰਨੀਆਂ ਕੁ ਜ਼ਿਆਦਾ ਸੋਹਣੀਆਂ ਟੈਸਲਾ ਕੰਪਨੀ ਬਣਾ ਰਹੀ ਹੈ ਕਿ ਪੂਰੀ ਦੁਨੀਆ ਦੇ ਵਿੱਚ ਉਹਦੇ ਨਾਲ ਦੀਆਂ ਕਾਰਾਂ ਨਜ਼ਰ ਨਹੀਂ ਆਉਂਦੀਆਂ। ਇੰਨੇ ਕੁ ਸ਼ੋਖ ਰੰਗ ਹੈ, ਇੰਨੇ ਕੁ ਪਿਆਰੇ ਰੰਗ ਆ, ਇਹੋ ਜਿਹੀ ਉਹਦੀ ਇੱਕ ਲੁੱਕ ਹੈ ਕਿ ਬਦੋ ਬਦੀ ਜਿਹੜੇ ਬੰਦੇ ਨੂੰ ਮਤਲਬ ਨਹੀਂ ਪਤਾ ਉਹ ਵੀ ਕਹੂਗਾ, ਤੇ ਜਿਹਨੂੰ ਪਤਾ ਆ, ਜਿਹਨੇ ਕਾਰਾਂ ਦੀਆਂ ਵੱਖ-ਵੱਖ ਤਰ੍ਹਾਂ ਦੀ ਰੇਂਜ ਵੇਖੀਆਂ ਨੇ, ਉਹ ਵੀ ਹੈਰਾਨ ਰਹਿ ਜਾਊਗਾ ਕਿ ਯਾਰ ਇੰਨੀ ਸੋਹਣੀ ਕਾਰ ਹੈ, ਕਮਾਲ ਕਰ ਦਿੱਤੀ ਆ। ਔਰ ਕਾਰਾਂ ਦੇ ਜਿਹੜੇ ਰੰਗ ਹੈ ਉਹੀ ਇੰਨਾ ਅਟਰੈਕਟ ਕਰਦੇ ਆ। ਕਿੰਨੀਆਂ ਲਗਜ਼ਰੀ ਫੈਸਿਲਿਟੀਆਂ ਵਾਲੀਆਂ ਕਾਰਾਂ, ਅਣਗਿਣਤ ਕਾਰਾਂ ਜਿਹੜੀ ਆ ਟੈਸਲਾ ਕੰਪਨੀ ਬਣਾ ਰਹੀ ਹੈ। ਇਸੇ ਤਰ੍ਹਾਂ ਜੇ ਤੁਸੀਂ ਹਵਾਈ ਜਹਾਜ਼ ਦੇਖ ਲਓ ਜਾਂ ਫਿਰ ਰਾਕਟ ਬਣਦੇ ਦੇਖ ਲਓ, ਤੇ ਤੁਸੀਂ ਉਸ 'ਤੇ ਵੀ ਹੈਰਾਨ ਰਹੋਗੇ ਕਿ ਕਿੰਨੇ ਕਰੋੜਾਂ ਅਰਬਾਂ ਰੁਪਈਆ ਉਹਨਾਂ ਦੇ ਉੱਤੇ ਲੱਗਦਾ ਹੋਊਗਾ, ਤੇ ਫਿਰ ਉਹ ਜਿਹੜੇ ਆ ਅਸਮਾਨਾਂ ਦੇ ਵਿੱਚ ਜਾਂਦੇ ਆ। ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਜਿਹੜਾ ਅਸੀਂ ਇੰਟਰਨੈੱਟ ਦੀ ਉਹਨਾਂ ਦੀ ਫੈਸਿਲਿਟੀ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਟਾਰਲਿੰਕ ਅਸਮਾਨਾਂ ਦੇ ਵਿੱਚ ਉੱਡਿਆ ਫਿਰਦਾ ਆ, ਔਰ ਜਿੱਥੋਂ ਵੀ ਉਹ ਸਟਾਰਲਿੰਕ ਲੰਘ ਜਾਂਦਾ ਲੋਕ ਇੱਕ ਵਾਰੀ ਵੇਖਦੇ ਆ। ਔਰ ਜਿਹੜੇ ਪੜ੍ਹੇ ਲਿਖੇ ਉਹਨਾਂ ਨੂੰ ਪਤਾ ਲੱਗਦਾ ਕਿ ਵਾਹ ਯਾਰ, ਇਹ ਤਾਂ ਐਲਨ ਮਸਕ ਦੀ ਚੀਜ਼ ਤਿਆਰ ਕੀਤੀ, ਉਹਦੀ ਕੰਪਨੀ ਨੇ ਤਿਆਰ ਕੀਤੀ ਆ। ਤਾਂ ਤੁਸੀਂ ਦੇਖੋ ਕਿ ਦੁਨੀਆ ਅੱਜ ਕਿੱਥੋਂ ਤੋਂ ਕਿੱਥੇ ਤੱਕ ਪਹੁੰਚ ਗਈ ਆ। ਜੇ ਅਸੀਂ ਟੈਲੀਫੋਨ ਦੇ ਮਾਮਲੇ ਦੀ ਗੱਲ ਕਰੀਏ, ਤੇ ਉਹ ਜਿਹੜਾ ਪੂਰੇ ਸਾਡੇ ਏਸ਼ੀਅਨ ਮੁਲਕਾਂ ਵਿੱਚ ਤਾਰਾਂ ਦਾ ਜਾਲ ਆ ਵਿਛਿਆ ਹੋਇਆ, ਤਾਂ ਐਲਨ ਮਸਕ ਵਰਗੇ ਜਿਹੜੇ ਬਹੁਤ ਗਾਂਹ ਵਧੂ ਇਨਸਾਨ ਨੇ, ਮਹਾਨ ਇਨਸਾਨ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੇ ਇਹ ਜਿਹੜੀ ਵੱਡੀਆਂ ਖੋਜਾਂ ਕੀਤੀਆਂ ਗਈਆਂ, ਉਹਨਾਂ ਦੇ ਵਿੱਚ ਕੁਝ ਹੋਰ ਨਵਾਂ ਲਿਆਂਦਾ, ਹੋਰ ਵਿਗਿਆਨੀਆਂ ਨੂੰ, ਕਾਢਾਂ ਕੱਢਣ ਵਾਲਿਆਂ ਨੂੰ ਅੱਗੇ ਲਿਆਂਦਾ। ਉਹਨਾਂ ਨੇ ਉਹ ਚੀਜ਼ਾਂ ਤਿਆਰ ਕਰਕੇ ਦੇ ਦਿੱਤੀਆਂ ਜਿਨ੍ਹਾਂ ਦੇ ਬਾਰੇ ਅਸੀਂ ਕਦੇ ਸੋਚ ਹੀ ਨਹੀਂ ਸਕਦੇ ਸੀਗੇ। ਔਰ ਆਹ ਤਾਂ ਇੱਕ ਵੱਡੀ ਗੱਲ ਹੈ ਕਿ ਬਿਨਾਂ ਤਾਰਾਂ ਤੋਂ, ਬਿਨਾਂ ਉਹ ਸਾਰੇ ਜਾਲ ਵਿਛਾਉਣ ਤੋਂ ਤੁਸੀਂ ਸਟਾਰਲਿੰਕ ਦੇ ਜ਼ਰੀਏ ਹੀ ਇੰਟਰਨੈਟ ਸੇਵਾਵਾਂ ਜਿਹੜੀਆਂ ਆ ਉਹ ਵੀ ਉਹਨਾਂ ਇਲਾਕਿਆਂ 'ਚ, ਚਾਹੇ ਤੁਸੀਂ ਜੰਗਲ 'ਚ ਚਲੇ ਜਾਓ, ਪਹਾੜ 'ਤੇ ਚਲੇ ਜਾਓ, ਚਾਹੇ ਤੁਸੀਂ ਬੀਆਬਾਨ ਰੋਈਆਂ ਦੇ ਵਿੱਚ ਚਲੇ ਜਾਓ, ਜਿੱਥੇ ਇੰਟਰਨੈਟ ਸੇਵਾਵਾਂ ਜਾਂਦੀਆਂ ਹੀ ਨਹੀਂ ਪਈਆਂ ਜਾਂ ਬਿਲਕੁਲ ਜਿੱਲੀ ਸਪੀਡ 'ਤੇ ਜਾਂਦੀਆਂ ਪਈਆਂ, ਉਹ ਲੋਕ ਹਜੇ ਵੀ ਦੁਨੀਆ ਨਾਲ ਨਹੀਂ ਜੁੜ ਸਕੇ। ਤਾਂ ਉਹਨਾਂ ਲਈ ਔਖਾ ਸੀਗਾ। ਤੇ ਹੁਣ ਜੇ ਸਟਾਰਲਿੰਕ ਇਸ ਤਰੀਕੇ ਨਾਲ ਇੱਥੇ ਆ ਜਾਂਦਾ ਆ, ਐਲਨ ਮਸਕ ਆਪਣਾ ਕਾਰੋਬਾਰ ਸ਼ੁਰੂ ਕਰ ਲੈਂਦੇ ਆ, ਤਾਂ ਭਾਰਤ ਦੇ ਲਈ ਇੱਕ ਬਹੁਤ ਵੱਡਾ ਸੁਪਨਾ ਜਿਹੜਾ ਆ ਉਹ ਪੂਰਾ ਹੋ ਸਕਦਾ ਆ। ਉਹਨਾਂ ਲੋਕਾਂ ਤੱਕ ਜਿਹੜੀਆਂ ਆ ਇਹ ਹੱਦਾਂ ਤੋਂ ਬਾਹਰ ਜਾ ਕੇ ਇਹ ਗੱਲ ਹੋਊਗੀ ਕਿ ਜਿਹੜੀਆਂ ਚੀਜ਼ਾਂ ਉਹ ਨਹੀਂ ਦੇਖ ਸਕੇ ਸੀ, ਉਹ ਇਸ ਦੇ ਜ਼ਰੀਏ ਜਿਹੜਾ ਇੰਟਰਨੈਟ ਦੇ ਜ਼ਰੀਏ ਉਹ ਪ੍ਰਾਪਤੀ ਕਰ ਸਕਦੇ ਆ। ਤੇ ਹੁਣ ਪਤਾ ਹੀ ਲੱਗਿਆ ਕਿ ਮੰਗਲਵਾਰ ਨੂੰ ਜਦੋਂ ਇਹ ਮੁਲਾਕਾਤ ਹੋਈ ਆ ਨਿਊਯਾਰਕ ਦੇ ਪੈਲਸ ਹੋਟਲ ਵਿੱਚ ਐਲਨ ਮਸਕ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ, ਤਾਂ ਇਸ ਤੋਂ ਬਾਅਦ ਜਿਵੇਂ ਹੀ ਉਹਨਾਂ ਨੇ ਨਿਵੇਸ਼ ਕਰਨ ਦਾ ਐਲਾਨ ਕੀਤਾ ਐਲਨ ਮਸਕ ਨੇ ਕਿ ਭਾਰਤ ਵਿੱਚ ਮੈਂ ਨਿਵੇਸ਼ ਕਰੂੰਗਾ, ਤੇ ਉਸ ਦਾ ਅਸਰ ਜਿਹੜਾ ਆ ਉਹ ਸ਼ੇਅਰਾਂ ਦੇ ਉੱਤੇ ਪਿਆ ਆ। ਟੈਸਲਾ ਇੱਕ ਦੇ ਜਿਹੜੇ ਸ਼ੇਅਰ ਨੇ, ਉਸ ਦਿਨ ਦੀ ਗੱਲ ਹੈ ਕਿ
5.34% ਦੇ ਉਛਾਲ ਨਾਲ ਬੰਦ ਹੋਇਆ। ਟੈਸਲਾ ਦੇ ਸ਼ੇਅਰਾਂ ਦੇ ਵਿੱਚ ਇਸ ਜ਼ਬਰਦਸਤ ਵਾਧੇ ਕਾਰਨ ਐਲਨ ਮਸਕ ਦੀ ਨੈਟ ਵਰਥ ਇੱਕ ਦਿਨ ਦੇ ਵਿੱਚ 9.95 ਅਰਬ ਡਾਲਰ ਯਾਨੀ ਕਿ 81,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ ਅਤੇ ਇਹ ਵੱਧ ਕੇ 243 ਅਰਬ ਡਾਲਰ ਹੋ ਗਈ ਹੈ। ਵਾਕਿਆ ਹੀ ਯਾਨੀ ਕਿ ਹੁਣ ਜੇ ਉਹ ਕਰ ਲੂਗਾ ਤੇ ਉਹ ਫਿਰ ਜਾਊਗੀ ਕਿੱਥੇ? ਅਜੇ ਤਾਂ ਗੱਲ ਕੀਤੀ ਹੈ ਤੇ ਜੇ ਗੱਲ ਕਰਨ ਤੋਂ ਬਾਅਦ ਦੀ ਅਸੀਂ ਗੱਲ ਕਰ ਲਈਏ ਤਾਂ ਫਿਰ ਉਹ ਕਿੱਥੇ ਜਾਊਗੀ? ਇਹੀ ਹੈਰਾਨੀ ਆਉਂਦੀ ਆ। ਫਿਲਹਾਲ ਕਹਿੰਦੇ ਨੇ ਕਿ ਕਾਰੋਬਾਰ ਦੇ ਵਿੱਚ ਕੋਈ ਬੰਦਾ ਕਿਸੇ ਨੂੰ ਆਪਣਾ ਸ਼ਰੀਕ ਬਣਾਉਣਾ ਨਹੀਂ ਚਾਹੁੰਦਾ ਹੁੰਦਾ, ਕਿਉਂਕਿ ਕਾਰੋਬਾਰ ਦੇ ਵਿੱਚ ਦੋ ਸ਼ਰੀਕ ਹੋ ਜਾਣ ਤਾਂ ਫਿਰ ਉਹਨਾਂ ਦੇ ਵਿੱਚ ਇੱਕ ਮੁਕਾਬਲਾਬਾਜ਼ੀ ਸ਼ੁਰੂ ਹੋ ਜਾਂਦੀ ਆ। ਤਾਂ ਇਹ ਮੁਕਾਬਲੇਬਾਜ਼ੀ ਵਾਸਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲਾ ਜਿਹੜਾ ਸਮਾਂ ਆ, ਪੱਕੀ ਗੱਲ ਆ, ਜੋ ਦਸਤੂਰ ਚੱਲਦਾ ਆ ਉਹ ਇੱਥੇ ਵੀ ਹੋਊਗਾ। ਪਰ ਫਿਲਹਾਲ ਭਾਰਤ ਨੂੰ ਜਿਹੜੀਆਂ ਚੰਗੀਆਂ ਸੇਵਾਵਾਂ ਆ ਹੋਰ ਵੀ ਬਿਹਤਰ ਮਿਲ ਸਕਦੀਆਂ ਨੇ। ਸੋ ਉਮੀਦ ਕੀਤੀ ਜਾ ਸਕਦੀ ਹੈ ਕਿ ਕੁਝ ਜੋ ਹੋਵੇ ਚੰਗਾ ਹੀ ਹੋਵੇ, ਭਾਰਤ ਦੇ ਵਿਕਾਸ ਲਈ ਫਾਇਦਾ ਹੀ ਹੋਵੇ। ਤਾਂ ਇਹ ਕੰਮ ਜ਼ਰੂਰ ਹੋਣਾ ਚਾਹੀਦਾ। ਐਲਨ ਮਸਕ ਨੂੰ ਜ਼ਰੂਰ ਇੱਥੇ ਆ ਕੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੀਦਾ ਆ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, 1 TV।